ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ। ਮੈਂ ਇੱਕ ਆਯੁਰਵੇਦ ਆਚਾਰਿਆ ਹਾਂ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ ਇੱਕ ਬਹੁਤ ਹੀ ਚਿੰਤਾਜਨਕ ਵਿਸ਼ੇ ਤੇ ਗੱਲਬਾਤ ਕਰਾਂਗੇ। ਉਹ ਹੈ ਵਿਟਾਮਿਨ B12 ਦੀ ਕਮੀ ਹੋਣਾ। ਚਿੰਤਾਜਨਕ ਇਸ ਕਰਕੇ ਹੈ ਕਿ ਜੋ ਵੀ ਬਲੱਡ ਟੈਸਟ ਕਰਾਉਂਦਾ ਹੈ ਲਗਭਗ ਉਸ ਨੂੰ ਵਿਟਾਮਿਨ B12 ਦੀ ਕਮੀ ਮਿਲਦੀ ਹੈ ਤੇ ਇਹ ਜਿਹੜੇ ਲੱਛਣ ਹਨ ਇਸ ਕਮੀ ਦੇ ਉਹ ਲਗਭਗ ਸਭ ਦੇ ਵਿੱਚ ਪਾਏ ਜਾ ਰਹੇ ਹਨ। ਕੀ ਕਾਰਨ ਹੈ ਕਿ ਵਿਟਾਮਿਨ B12 ਸਾਡੀ ਬਾਡੀ ਨੂੰ ਪੂਰਾ ਨਹੀਂ ਮਿਲ ਰਿਹਾ ਤੇ ਇਸ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਖਾਸ ਤੌਰ ਤੇ ਜਿਹੜੇ ਸ਼ਾਕਾਹਾਰੀ ਹਨ। ਦੂਸਰੀ ਚਿੰਤਾ ਦੀ ਗੱਲ ਇਹ ਹੈ ਕਿ ਸਟੱਡੀਜ਼ ਦੇ ਅਕੋਰਡਿੰਗ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵਿਟਾਮਿਨ B12 ਹੈ ਇਹ ਸਿਰਫ ਤੇ ਸਿਰਫ ਨਾਨ ਵੈਜੀਟੇਰੀਅਨ ਫੂਡ ਭਾਵ ਕਿ ਮਾਸਾਹਾਰੀ ਭੋਜਨ ਤੋਂ ਹੀ ਪਾਇਆ ਜਾ ਸਕਦਾ ਹੈ। ਜਿਹੜੇ ਸ਼ਾਕਾਹਾਰੀ ਭੋਜਨ ਲੈਂਦੇ ਹਨ ਉਹਨਾਂ ਨੂੰ ਵਿਟਾਮਿਨ B12 ਬਾਹਰ ਤੋਂ ਹੀ ਲੈਣਾ ਪਏਗਾ। ਉਹਨਾਂ ਦੇ ਭੋਜਨ ਦੇ ਵਿੱਚ ਵਿਟਾਮਿਨ B12 ਸ਼ਾਮਿਲ ਹੀ ਨਹੀਂ ਹੁੰਦਾ। ਅੱਜ ਅਸੀਂ ਇਸ ਤੇ ਚਰਚਾ ਕਰਾਂਗੇ ਕਿ ਸ਼ਾਕਾਹਾਰੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਵਿਟਾਮਿਨ B12 ਨੂੰ ਠੀਕ ਕਿਸ ਤਰ੍ਹਾਂ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਵਿਟਾਮਿਨ B12 ਸਾਡੇ ਲਈ ਜ਼ਰੂਰੀ ਕਿਉਂ ਹੈ। ਵਿਟਾਮਿਨ B12 ਜਿਸ ਨੂੰ ਅਸੀਂ ਕੋਬੈਲਾਮਿਨ ਵੀ ਕਹਿੰਦੇ ਹਾਂ, ਇਹ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ, ਯਾਨੀ ਕਿ ਵਾਟਰ ਸੋਲੂਬਲ ਵਿਟਾਮਿਨ ਹੈ। ਇਸ ਦਾ ਜਿਹੜਾ ਮੇਨ ਫੰਕਸ਼ਨ ਹੈ ਉਹ ਹੈ ਰੈੱਡ ਬਲੱਡ ਸੈਲਸ ਨੂੰ ਬਣਾਉਣਾ, ਯਾਨੀ ਕਿ ਇਹ ਸਾਡੀ ਖੂਨ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਕਰਕੇ ਜਿਨ੍ਹਾਂ ਦੇ ਵਿੱਚ ਵਿਟਾਮਿਨ B12 ਦੀ ਕਮੀ ਪਾਈ ਜਾਂਦੀ ਹੈ ਉਹਨਾਂ ਦੇ ਵਿੱਚ ਅਕਸਰ ਸਾਨੂੰ ਐਨੀਮੀਆ ਯਾਨੀ ਕਿ ਖੂਨ ਦੀ ਕਮੀ ਦੇਖਣ ਨੂੰ ਮਿਲਦੀ ਹੈ। ਉਹਨਾਂ ਦਾ ਚਿਹਰਾ ਤੇ ਉਹਨਾਂ ਦੀ ਸਕਿਨ ਜਿਹੜੀ ਹੈ ਬਹੁਤ ਹੀ ਪੀਲੀ ਭਾ ਮਾਰਦੀ ਹੋਈ ਦਿਖਦੀ ਹੈ। ਇਸੇ ਤਰ੍ਹਾਂ ਵਿਟਾਮਿਨ B12 ਸਾਡੇ ਬ੍ਰੇਨ ਫੰਕਸ਼ਨਸ ਨੂੰ ਤੇ ਦਿਮਾਗੀ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ। ਸਾਡਾ ਦਿਮਾਗ ਸਾਡੇ ਸਰੀਰ ਦਾ ਬਹੁਤ ਵੱਡਾ ਹਿੱਸਾ ਹੈ। ਅਸੀਂ ਪੂਰਾ ਦਿਨ ਜੋ ਵੀ ਕਰਦੇ ਹਾਂ ਉਸ ਦੀਆਂ ਸਾਰੀਆਂ ਸੈਂਸਸ ਜਾਂ ਜਿਹੜੀ ਸਾਡੀ ਬੁੱਧੀ ਸਾਨੂੰ ਕੰਮ ਕਰਨ ਲਈ ਇਨਸਟਰਕਸ਼ਨਸ ਦਿੰਦੀ ਹੈ ਉਹ ਸਭ ਕੁਝ ਬ੍ਰੇਨ ਤੋਂ ਹੀ ਆਉਂਦਾ ਹੈ। ਇਸ ਕਰਕੇ ਜਦੋਂ ਅਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹਾਂ ਜਾਂ ਅਕਸਰ ਸਾਨੂੰ ਕੁਝ ਚੀਜ਼ਾਂ ਬਿਲਕੁਲ ਹੀ ਦਿਮਾਗ ਚੋਂ ਨਿਕਲ ਜਾਂਦੀਆਂ ਹਨ, ਹੱਥਾਂ ਪੈਰਾਂ ਦੇ ਵਿੱਚ ਕੰਪਨ ਫੀਲ ਹੁੰਦੀ ਹੈ, ਅਸੀਂ ਸਹੀ ਤਰੀਕੇ ਨਾਲ ਚੱਲ ਫਿਰ ਨਹੀਂ ਸਕਦੇ ਜਾਂ ਚੱਲਦੇ ਹੋਏ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਡੋਲ ਰਹੇ ਹਾਂ, ਚੱਕਰ ਆ ਰਹੇ ਹਨ, ਕਨਫਿਊਜ਼ਨ ਹੋ ਰਿਹਾ ਹੈ ਜਾਂ ਐਂਜ਼ਾਈਟੀ ਤੇ ਡਿਪਰੈਸ਼ਨ ਵਾਰ-ਵਾਰ ਆ ਰਿਹਾ ਹੈ, ਮੂਡ ਸਵਿੰਗਸ ਹੁੰਦੇ ਹਨ। ਇਹ ਸਾਰੇ ਲੱਛਣ ਵਿਟਾਮਿਨ B12 ਦੀ ਕਮੀ ਕਰਕੇ ਹੋ ਸਕਦੇ ਹਨ। ਸਾਡੇ ਖੂਨ ਦੇ ਵਿੱਚ ਇੱਕ ਹੋਮੋਸਿਸਟਿਨ ਨਾਮ ਦਾ ਐਮੀਨੋ ਐਸਿਡ ਪਾਇਆ ਜਾਂਦਾ ਹੈ ਜਿਹੜਾ ਕਿ ਹਾਰਟ ਡਿਜ਼ੀਜ਼ ਦੇ ਲਈ ਰਿਸਪੌਂਸਿਬਲ ਹੋ ਸਕਦਾ ਹੈ। ਵਿਟਾਮਿਨ B12 ਦੀ ਜੇ ਕਮੀ ਸਾਡੇ ਅੰਦਰ ਨਹੀਂ ਹੁੰਦੀ, ਜੇ ਉਹ ਪੂਰੀ ਮਾਤਰਾ ਵਿੱਚ ਰਹਿੰਦਾ ਹੈ ਤਾਂ ਹੋਮੋਸਿਸਟਿਨ ਨੂੰ ਘਟਾਉਣ ਦਾ ਕੰਮ ਕਰਦਾ ਹੈ, ਜਿਸ ਕਰਕੇ ਇਹ ਸਾਨੂੰ ਹਾਰਟ ਦੇ ਰੋਗਾਂ ਤੋਂ ਵੀ ਬਚਾ ਸਕਦਾ ਹੈ। ਬਹੁਤ ਸਾਰੇ ਰੋਗੀ ਇਹ ਸ਼ਿਕਾਇਤ ਲੈ ਕੇ ਆਉਂਦੇ ਹਨ ਕਿ ਉਹਨਾਂ ਦੇ ਨਹੁੰ ਜਿਹੜੇ ਹਨ ਉਹ ਟੁੱਟਦੇ ਰਹਿੰਦੇ ਹਨ, ਵਾਲ ਬਹੁਤ ਜ਼ਿਆਦਾ ਝੜ ਰਹੇ ਹਨ, ਜਿਹੜੀ ਸਕਿਨ ਹੈ ਬਹੁਤ ਜ਼ਿਆਦਾ ਡਲ ਹੋ ਚੁੱਕੀ ਹੈ। ਇਹ ਲੱਛਣ ਵੀ ਵਿਟਾਮਿਨ B12 ਦੀ ਕਮੀ ਕਰਕੇ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਟਾਮਿਨ B12 ਸਾਡੇ ਪੂਰੇ ਸਰੀਰ ਦੇ ਮੈਟਾਬੋਲਿਜ਼ਮ ਵਿੱਚ ਮਦਦ ਕਰਦਾ ਹੈ। ਨਾਲ-ਨਾਲ ਸਾਨੂੰ ਅੱਖਾਂ ਦੇ ਰੋਗਾਂ ਤੋਂ, ਹੱਡੀਆਂ ਦੇ ਰੋਗਾਂ ਤੋਂ, ਡਾਇਬੀਟੀਜ਼ ਤੇ ਕੋਲੇਸਟ੍ਰੋਲ ਵਰਗੇ ਰੋਗਾਂ ਤੋਂ ਬਚਾਉਣ ਵਿੱਚ ਵੀ ਸਾਡੀ ਮਦਦ ਕਰ ਸਕਦਾ ਹੈ। ਵਿਟਾਮਿਨ B12 ਪ੍ਰੈਗਨੈਂਟ ਔਰਤਾਂ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਪੂਰਾ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੀ ਕਮੀ ਦੇ ਕਰਕੇ ਬੱਚਿਆਂ ਦੇ ਵਿੱਚ ਬ੍ਰੇਨ ਡਿਵੈਲਪਮੈਂਟ ਤੇ ਕੋਈ ਵੀ ਬਰਥ ਡਿਫੈਕਟ ਆ ਸਕਦਾ ਹੈ। ਜੇ ਤੁਹਾਨੂੰ ਆਪਣੇ ਅੰਦਰ ਇਸ ਤਰ੍ਹਾਂ ਦੇ ਕੁਝ ਲੱਛਣ ਮਹਿਸੂਸ ਹੁੰਦੇ ਹਨ, ਜਿਵੇਂ ਕਿ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਅਕਸਰ ਹੀ ਸਿਰ ਦਰਦ ਰਹਿਣਾ ਜਾਂ ਫਿਰ ਚੱਕਰ ਆਉਣਾ, ਜਾਂ ਫਿਰ ਤੁਸੀਂ ਜਦੋਂ ਵੀ ਕੋਈ ਕੰਮ ਕਰ ਰਹੇ ਹੋ ਤਾਂ ਤੁਹਾਡੀ ਸਹੀ ਤਰ੍ਹਾਂ ਨਾਲ ਕਨਸੈਂਟਰੇਸ਼ਨ ਜਾਂ ਇਕਾਗਰਤਾ ਨਾ ਬਣਨਾ, ਤੁਹਾਨੂੰ ਹੱਥਾਂ ਪੈਰਾਂ ਦੇ ਵਿੱਚ ਜਿਵੇਂ ਕੀੜੀਆਂ ਚੱਲਦੀਆਂ ਹੁੰਦੀਆਂ ਹਨ ਉਸ ਤਰ੍ਹਾਂ ਦਾ ਮਹਿਸੂਸ ਹੋਣਾ, ਮੂੰਹ ਦੇ ਵਿੱਚ ਜਾਂ ਜੀਭ ਦੇ ਉੱਪਰ ਅਕਸਰ ਹੀ ਛਾਲੇ ਹੋ ਜਾਣਾ, ਵਾਰ-ਵਾਰ ਮੂੰਹ ਦਾ ਪੱਕਣਾ, ਕੰਨਾਂ ਦੇ ਵਿੱਚ ਛਾਂ-ਛਾਂ ਦੀ ਆਵਾਜ਼ ਸੁਣਾਈ ਦੇਣਾ, ਪੇਟ ਦਾ ਅਕਸਰ ਖਰਾਬ ਰਹਿਣਾ, ਐਸਿਡਿਟੀ, ਗੈਸ ਜਾਂ ਬਲੋਟਿੰਗ ਹੋਣਾ, ਡਾਇਰੀਆ ਜਾਂ ਕਨਸਟੀਪੇਸ਼ਨ ਰਹਿਣਾ, ਮੂਡ ਸਵਿੰਗਸ ਮਿਲਣਾ ਭਾਵ ਕਿ ਕਦੇ ਖੁਸ਼ ਹੋਣਾ, ਕਦੇ ਬਹੁਤ ਜ਼ਿਆਦਾ ਦੁਖੀ ਹੋ ਜਾਣਾ, ਜਲਦੀ-ਜਲਦੀ ਐਂਜ਼ਾਈਟੀ ਤੇ ਡਿਪਰੈਸ਼ਨ ਆਉਂਦੇ ਰਹਿਣਾ, ਇਹ ਸਾਰੇ ਲੱਛਣ ਵਿਟਾਮਿਨ B12 ਦੀ ਕਮੀ ਵੱਲ ਸੰਕੇਤ ਕਰ ਸਕਦੇ ਹਨ। ਜੇ ਇਹ ਸਾਰੇ ਲੱਛਣ ਤੁਹਾਨੂੰ ਆਪਣੇ ਵਿੱਚ ਮਿਲਦੇ ਹਨ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਵਿਟਾਮਿਨ B12 ਦੀ ਡੈਫੀਸ਼ੀਐਂਸੀ ਨੂੰ, ਕਮੀ ਨੂੰ ਅਸੀਂ ਆਪਣੇ ਭੋਜਨ ਰਾਹੀਂ ਪੂਰਾ ਕਰ ਸਕਦੇ ਹਾਂ। ਅਸਲ ਵਿੱਚ ਵਿਟਾਮਿਨ B12 ਜ਼ਰੂਰੀ ਤਾਂ ਬਹੁਤ ਜ਼ਿਆਦਾ ਹੈ, ਪਰ ਇਸ ਦੀ ਮਾਤਰਾ ਬਹੁਤ ਥੋੜੀ ਹੈ ਜਿਹੜੀ ਕਿ ਸਾਨੂੰ ਰੋਜ਼ਾਨਾ ਚਾਹੀਦੀ ਹੁੰਦੀ ਹੈ। ਬੱਚਿਆਂ ਵਿੱਚ ਇਸ ਦੀ ਲੋੜ ਹੋਰ ਵੀ ਘਟ ਜਾਂਦੀ ਹੈ ਕਿਉਂਕਿ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ। ਤਾਂ ਅਸੀਂ ਕਹਿ ਸਕਦੇ ਹਾਂ ਕਿ 1.5 ਮਾਈਕਰੋਗ੍ਰਾਮ ਤੋਂ 2.4 ਮਾਈਕਰੋਗ੍ਰਾਮ ਜਿਹੜੀ ਕਿ ਬਹੁਤ ਥੋੜੀ ਮਾਤਰਾ ਹੁੰਦੀ ਹੈ, ਇੰਨੀ ਮਾਤਰਾ ਤੱਕ ਸਾਨੂੰ ਵਿਟਾਮਿਨ B12 ਰੋਜ਼ਾਨਾ ਚਾਹੀਦਾ ਹੁੰਦਾ ਹੈ। ਜੇ ਅਸੀਂ ਨਾਨ ਵੈਜੀਟੇਰੀਅਨ ਭੋਜਨ ਨਹੀਂ ਲੈਂਦੇ, ਅਸੀਂ ਵੈਜੀਟੇਰੀਅਨ ਭੋਜਨ ਲੈਂਦੇ ਹੋਏ ਹਰ ਰੋਜ਼ ਦਾ 1 ਗਲਾਸ ਦੁੱਧ ਦਾ ਪੀ ਲੈਂਦੇ ਹਾਂ, 1 ਕੌਲੀ ਦਹੀਂ ਦੀ ਖਾਂਦੇ ਹਾਂ, 1 ਤੋਂ 2 ਗਲਾਸ ਲੱਸੀ ਲੈਂਦੇ ਹਾਂ ਤੇ ਹਫ਼ਤੇ ਵਿੱਚ 2 ਜਾਂ 3 ਵਾਰ ਅਸੀਂ ਪਨੀਰ ਲੈ ਰਹੇ ਹਾਂ,
ਤਾਂ ਅਸੀਂ ਵਿਟਾਮਿਨ B12 ਦੀ ਕਮੀ ਜਿਹੜੀ ਹੈ ਇਸ ਨੂੰ ਪੂਰਾ ਕਰ ਸਕਦੇ ਹਾਂ। ਜੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਵਿਟਾਮਿਨ B12 ਸਹੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਤਾਂ ਅਸੀਂ ਸਮਝ ਸਕਦੇ ਹਾਂ ਕਿ ਇਹ ਸਾਡੇ ਲਈ ਕਿੰਨੀਆਂ ਜ਼ਰੂਰੀ ਹਨ। ਬਹੁਤ ਸਾਰੇ ਲੋਕ ਮੈਨੂੰ ਅਜਿਹੇ ਮਿਲਦੇ ਹਨ ਜਿਨ੍ਹਾਂ ਨੂੰ ਕੋਈ ਵੀ ਦੁੱਧ ਤੋਂ ਐਲਰਜੀ ਨਹੀਂ ਹੁੰਦੀ, ਪਰ ਉਹ ਬਿਨਾਂ ਹੀ ਕਿਸੇ ਕਾਰਨ ਤੋਂ ਦੁੱਧ ਨੂੰ ਛੱਡ ਦਿੰਦੇ ਹਨ। ਤੁਸੀਂ ਬੇਸ਼ੱਕ ਪੈਕੇਟ ਵਾਲਾ ਦੁੱਧ ਨਾ ਲਓ, ਜਿਸ ਦੁੱਧ ਤੇ ਤੁਹਾਨੂੰ ਭਰੋਸਾ ਨਹੀਂ ਹੈ ਉਹ ਬਿਲਕੁਲ ਵੀ ਨਾ ਵਰਤੋ, ਪਰ ਜਿਸ ਦੁੱਧ ਨੂੰ ਤੁਸੀਂ ਕਿਸੇ ਚੰਗੇ ਸੋਰਸ ਤੋਂ ਲੈਂਦੇ ਹੋ, ਤੁਹਾਨੂੰ ਪੂਰਾ ਭਰੋਸਾ ਹੈ ਕਿ ਤੁਹਾਨੂੰ ਜਿਹੜਾ ਦੁੱਧ ਮਿਲ ਰਿਹਾ ਹੈ ਇਹ ਬਿਲਕੁਲ ਸ਼ੁੱਧ ਹੈ, ਤਾਂ ਉਸ ਦੁੱਧ ਦੀ ਵਰਤੋਂ ਕਰਨ ਦੇ ਵਿੱਚ ਸਾਨੂੰ ਕੋਈ ਹਰਜ ਨਹੀਂ ਹੈ। ਇਸ ਕਰਕੇ ਚਾਹੇ ਅਸੀਂ ਕਿਤੇ ਵੀ ਬੈਠੇ ਹਾਂ, ਇਹਨਾਂ ਚੀਜ਼ਾਂ ਤੇ ਜੇ ਅਸੀਂ ਆਪ ਮਿਹਨਤ ਕਰਾਂਗੇ ਤਾਂ ਜੋ ਇਹਨਾਂ ਦੀ ਪ੍ਰੋਡਕਸ਼ਨ ਕਰਦੇ ਨੇ ਉਹ ਆਪਣੇ ਆਪ ਹੀ ਸਾਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾਉਣਗੇ। ਹੋ ਸਕਦਾ ਹੈ ਕਿ ਥੋੜੀਆਂ ਜਿਹੀਆਂ ਸਾਨੂੰ ਜੇਬ ਤੋਂ ਮਹਿੰਗੀਆਂ ਪੈ ਜਾਣ, ਪਰ ਦਵਾਈਆਂ ਦਾ ਖਰਚ ਅਸੀਂ ਬਚਾ ਸਕਦੇ ਹਾਂ। ਇਸ ਕਰਕੇ ਜੇ ਤੁਸੀਂ ਗਾਂ ਦਾ ਦੁੱਧ ਲੈਂਦੇ ਹੋ ਤਾਂ ਦੇਸੀ ਗਾਂ ਦਾ ਦੁੱਧ ਵਰਤੋ, ਨਹੀਂ ਤਾਂ ਫਿਰ ਮੱਝ ਦਾ ਦੁੱਧ ਜੇ ਤੁਸੀਂ ਵਰਤ ਰਹੇ ਹੋ ਤਾਂ ਉਸ ਨੂੰ ਮਲਾਈ ਉਤਾਰ ਕੇ ਵਰਤੋ। ਤਾਂ ਜਿੰਨੇ ਵੀ ਪ੍ਰੋਡਕਟ ਅਸੀਂ ਮਿਲਕ ਤੋਂ ਤਿਆਰ ਕਰਦੇ ਹਾਂ, ਬੇਸ਼ੱਕ ਉਹ ਖੀਰ ਹੈ, ਸੇਵੀਆਂ ਹਨ, ਦੁੱਧ ਹੈ, ਦਹੀਂ ਹੈ, ਲੱਸੀ ਹੈ ਜਾਂ ਘਿਓ ਹੈ, ਇਹ ਸਾਰਿਆਂ ਦੇ ਵਿੱਚ ਵਿਟਾਮਿਨ B12 ਪਾਇਆ ਜਾਂਦਾ ਹੈ। ਤੇ ਸਾਡੇ ਪੁਰਾਣੇ ਭੋਜਨ ਦੇ ਵਿੱਚ ਸਾਡੀ ਰਸੋਈ ਦੁੱਧ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ ਸੀ, ਤੇ ਅੱਜ ਵੀ ਜੇ ਤੁਹਾਨੂੰ ਦੁੱਧ ਤੋਂ ਕੋਈ ਐਲਰਜੀ ਨਹੀਂ ਹੈ ਤਾਂ ਸ਼ੁੱਧ ਦੁੱਧ ਲੈਣ ਦੀ ਹਰ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਕੁਝ ਫਲ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਵਿਟਾਮਿਨ B12 ਮਿਲ ਜਾਂਦਾ ਹੈ, ਜਿਵੇਂ ਕਿ ਸੇਬ, ਕੇਲਾ, ਬੈਰੀਜ਼, ਔਰੇਂਜ। ਇਹਨਾਂ ਦੇ ਵਿੱਚ ਸਾਨੂੰ ਵਿਟਾਮਿਨ B12 ਮਿਲ ਜਾਂਦਾ ਹੈ। ਕੁਝ ਸਬਜ਼ੀਆਂ ਹਨ ਜਿਨ੍ਹਾਂ ਦੇ ਵਿੱਚ ਵਿਟਾਮਿਨ B12 ਪਾਇਆ ਜਾਂਦਾ ਹੈ, ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਬੀਟਰੂਟ ਜਿਸ ਨੂੰ ਅਸੀਂ ਚੁਕੰਦਰ ਕਹਿੰਦੇ ਹਾਂ, ਗਾਜਰ, ਮਸ਼ਰੂਮ ਤੇ ਆਲੂ ਦੇ ਵਿੱਚ ਵੀ ਸਾਨੂੰ ਵਿਟਾਮਿਨ B12 ਮਿਲ ਜਾਂਦਾ ਹੈ। ਤਾਂ ਕਦੀ-ਕਦੀ ਅਸੀਂ ਆਪਣੇ ਭੋਜਨ ਵਿੱਚ ਆਲੂ ਨੂੰ ਸ਼ਾਮਿਲ ਕਰ ਸਕਦੇ ਹਾਂ। ਆਲੂ ਨੂੰ ਬਿਲਕੁਲ ਨਾ ਖਾਣਾ ਵੀ ਠੀਕ ਨਹੀਂ ਹੈ, ਪਰ ਆਲੂ ਨੂੰ ਖਾਣ ਦਾ ਤਰੀਕਾ ਇਹ ਹੋ ਸਕਦਾ ਹੈ ਕਿ ਅਸੀਂ ਇਸ ਨੂੰ ਭੁੰਨ ਕੇ ਖਾਈਏ ਜਾਂ ਫਿਰ ਉਬਾਲ ਕੇ ਖਾਈਏ। ਤਲਿਆ ਹੋਇਆ ਆਲੂ ਜਿਹੜਾ ਹੈ ਉਹ ਨੁਕਸਾਨਦਾਇਕ ਹੋ ਸਕਦਾ ਹੈ। ਜੇ ਤੁਹਾਨੂੰ ਵਿਟਾਮਿਨ B12 ਦੀ ਕਮੀ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਕਿ ਤੁਹਾਨੂੰ ਸਪਲੀਮੈਂਟਸ ਬਾਹਰੋਂ ਲੈਣੇ ਹੀ ਪੈਂਦੇ ਹਨ, ਤਾਂ ਤੁਸੀਂ ਇੱਕ ਤਰੀਕਾ ਹੋਰ ਲੈ ਸਕਦੇ ਹੋ ਜੇ ਤੁਸੀਂ ਨੈਚੁਰਲੀ ਚੱਲਣਾ ਚਾਹੁੰਦੇ ਹੋ। ਉਹ ਹੈ ਵੀਟ ਗ੍ਰਾਸ ਜੂਸ, ਜਿਸ ਨੂੰ ਅਸੀਂ ਕਣਕ ਦੇ ਜਵਾਰੇ ਜਿਹੜੇ ਹੁੰਦੇ ਹਨ ਉਹਨਾਂ ਦਾ ਜੂਸ ਕਹਿੰਦੇ ਹਾਂ। ਤਾਂ ਇਹ ਜੂਸ ਜਿਹੜਾ ਹੈ ਇਹ ਵੀ ਲਿਆ ਜਾ ਸਕਦਾ ਹੈ, ਤਾਂ ਇਹ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ। ਦਵਾਈ ਦੇ ਤੌਰ ਤੇ ਇੱਕ ਹੋਰ ਖਾਸ ਚੀਜ਼ ਹੈ, ਉਹ ਹੈ ਮੋਰਿੰਗਾ ਦੇ ਪੱਤਿਆਂ ਦਾ ਪਾਊਡਰ। ਮੋਰਿੰਗਾ ਜਿਸ ਨੂੰ ਅਸੀਂ ਸਹਿਜਨ ਕਹਿੰਦੇ ਹਾਂ, ਇਹਨਾਂ ਦੇ ਵਿੱਚ ਵੀ ਸਾਨੂੰ ਵਿਟਾਮਿਨ B12 ਚੰਗੀ ਮਾਤਰਾ ਵਿੱਚ ਮਿਲਦਾ ਹੈ। ਜਿਨ੍ਹਾਂ ਨੂੰ ਖਾਸ ਤੌਰ ਤੇ ਇੰਨੀ ਜ਼ਿਆਦਾ ਕਮੀ ਹੋ ਗਈ ਕਿ ਉਹਨਾਂ ਨੂੰ ਦਵਾਈ ਲੈਣ ਦੀ ਲੋੜ ਹੈ, ਉਹ ਜਿਹੜੇ ਪੱਤੇ ਹਨ ਸਹਿਜਨ ਦੇ, ਉਹਨਾਂ ਦਾ 1 ਚਮਚ ਪਾਊਡਰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰ ਸਕਦੇ ਹਨ। ਸਬਜ਼ੀਆਂ ਦੇ ਵਿੱਚ, ਆਟੇ ਵਿੱਚ ਜਾਂ ਫਿਰ ਪਾਣੀ ਦੇ ਨਾਲ ਇਸੇ ਤਰੀਕੇ ਲਿਆ ਜਾ ਸਕਦਾ ਹੈ। ਇੱਕ ਹੋਰ ਹੈਰਾਨੀਜਨਕ ਗੱਲ ਹੈ ਕਿ ਜਿੰਨੇ ਵੀ ਫਰਮੈਂਟਡ ਪ੍ਰੋਡਕਟਸ ਹੁੰਦੇ ਹਨ, ਜਿਨ੍ਹਾਂ ਨੂੰ ਖਮੀਰ ਕੀਤਾ ਜਾਂਦਾ ਹੈ, ਖਮੀਰੀ ਰੋਟੀ ਹੋ ਗਈ ਜਾਂ ਫਿਰ ਜਿਸ ਤਰ੍ਹਾਂ ਦਹੀਂ ਤੇ ਲੱਸੀ ਵੀ ਖਮੀਰ ਹੀ ਹੁੰਦੀਆਂ ਹਨ ਇੱਕ ਤਰ੍ਹਾਂ ਦੀਆਂ, ਕਾਂਜੀ ਹੋ ਗਈ, ਡੋਸਾ ਹੋ ਗਿਆ, ਇਡਲੀ ਹੋ ਗਈ, ਢੋਕਲਾ ਹੋ ਗਿਆ, ਜਿਹੜੀਆਂ ਵੀ ਚੀਜ਼ਾਂ ਨੂੰ ਅਸੀਂ ਖਮੀਰ ਕਰਕੇ ਬਣਾਉਂਦੇ ਹਾਂ ਉਹਨਾਂ ਦੇ ਵਿੱਚ ਵਿਟਾਮਿਨ B12 ਪਾਇਆ ਜਾਂਦਾ ਹੈ। ਇਸ ਕਰਕੇ ਅਸੀਂ ਜੇ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਦੇ ਹਾਂ ਤੇ ਕਦੀ-ਕਦੀ ਅਕਸਰ ਆਪਣੇ ਭੋਜਨ ਵਿੱਚ ਲੈਂਦੇ ਰਹਿੰਦੇ ਹਾਂ, ਤਾਂ ਸਾਨੂੰ ਵਿਟਾਮਿਨ B12 ਦੀ ਕਮੀ ਜਿਹੜੀ ਹੈ ਉਹ ਨਹੀਂ ਹੁੰਦੀ। ਮਿਲਟਸ ਤੋਂ ਅਸੀਂ ਅੰਬਲੀ ਤਿਆਰ ਕਰ ਸਕਦੇ ਹਾਂ। ਤਾਂ ਜਿੰਨੇ ਵੀ ਤਰ੍ਹਾਂ ਦੇ ਮਿਲਟਸ ਹਨ, ਇਹਨਾਂ ਤੋਂ ਜੇ ਤੁਸੀਂ ਅੰਬਲੀ ਤਿਆਰ ਕਰਕੇ ਰੋਜ਼ਾਨਾ ਆਪਣੇ ਭੋਜਨ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਹ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਇੱਥੋਂ ਤੱਕ ਕਿ ਜਿਹੜੀ ਕਾਂਜੀ ਪਹਿਲਾਂ ਬਣਾਈ ਜਾਂਦੀ ਸੀ, ਇਹਦੇ ਵਿੱਚ ਵੀ ਸਾਨੂੰ ਵਿਟਾਮਿਨ B12 ਮਿਲਦਾ ਹੈ। ਜੇ ਅਸੀਂ ਥੋੜੀ ਮਾਤਰਾ ਵਿੱਚ ਆਪਣੇ ਭੋਜਨ ਵਿੱਚ ਅਚਾਰ ਨੂੰ ਸ਼ਾਮਿਲ ਕਰਦੇ ਹਾਂ ਤਾਂ ਇਹ ਵੀ ਵਿਟਾਮਿਨ B12 ਦੀ ਪੂਰਤੀ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਹਰਿਆਣਾ ਤੇ ਰਾਜਸਥਾਨ ਦੀ ਇੱਕ ਖਾਸ ਰੈਸਿਪੀ ਹੈ ਰਾਬੜੀ। ਰਾਬੜੀ ਜਿਹੜੀ ਹੈ ਇਹ ਵੀ ਇੱਕ ਫਰਮੈਂਟਡ ਖਮੀਰ ਰੈਸਿਪੀ ਹੈ, ਜਿਸ ਦੇ ਵਿੱਚ ਵਿਟਾਮਿਨ B12 ਪਾਇਆ ਜਾਂਦਾ ਹੈ। ਜੇ ਅਸੀਂ ਬਚੇ ਹੋਏ ਜਿਹੜੇ ਚਾਵਲ ਹੁੰਦੇ ਹਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਟੋਰ ਕਰਦੇ ਹਾਂ, ਬਹੁਤਾ ਫ੍ਰਿਜ ਦੇ ਵਿੱਚ ਸਟੋਰ ਨਾ ਕਰੀਏ, ਪਰ ਇੱਕ ਨਾਰਮਲ ਠੰਡੇ ਟੈਂਪਰੇਚਰ ਤੇ ਸਟੋਰ ਕਰ ਦਿੰਦੇ ਹਾਂ, ਜਿਵੇਂ ਕਿ ਅੱਜਕੱਲ ਅਸੀਂ ਜਿੱਥੇ ਸੌਂਦੇ ਹਾਂ ਉੱਥੇ ਏਸੀ ਜਾਂ ਕੂਲਰ ਚੱਲ ਰਿਹਾ ਹੈ, ਉੱਥੇ ਸਟੋਰ ਕਰ ਦਿੰਦੇ ਹਾਂ, ਜਾਂ ਸਰਦੀ ਵਿੱਚੋਂ ਵੈਸੇ ਹੀ ਬਾਹਰ ਪਏ ਹੁੰਦੇ ਹਨ। ਤਾਂ ਨਾਰਮਲ ਟੈਂਪਰੇਚਰ ਤੇ ਬਚੇ ਹੋਏ ਜਿਹੜੇ ਬੇਹੇ ਚਾਵਲ ਹਨ ਉਹਨਾਂ ਵਿੱਚ ਦਹੀਂ ਮਿਕਸ ਕਰਕੇ ਜੇ ਅਸੀਂ ਬਿਨਾਂ ਗਰਮ ਕੀਤੇ ਖਾਂਦੇ ਹਾਂ ਤਾਂ ਉਹ ਵੀ ਵਿਟਾਮਿਨ B12 ਦਾ ਇੱਕ ਚੰਗਾ ਸੋਰਸ ਹਨ।
ਇਸ ਤੋਂ ਇਲਾਵਾ ਜੇ ਅਸੀਂ ਕੁਝ ਸਬਜ਼ੀਆਂ ਨੂੰ ਫਰਮੈਂਟ ਕਰ ਲੈਂਦੇ ਹਾਂ, ਜਿਵੇਂ ਕਿ ਅਸੀਂ ਅਕਸਰ ਫਰਮੈਂਟ ਕੀਤੇ ਹੋਏ ਪਿਆਜ਼, ਜਿਨ੍ਹਾਂ ਨੂੰ ਅਸੀਂ ਸਿਰਕਾ ਪਿਆਜ਼ ਕਹਿੰਦੇ ਹਾਂ, ਇਹ ਆਪਣੇ ਭੋਜਨ ਵਿੱਚ ਲੈਂਦੇ ਹੀ ਹਾਂ। ਪਰ ਇੱਥੇ ਪਿਆਜ਼ ਦੀ ਗੱਲ ਨਹੀਂ ਕਰਾਂਗੇ, ਅਸੀਂ ਫਰਮੈਂਟ ਕਰਕੇ ਗਾਜਰ, ਚੁਕੰਦਰ, ਪਾਲਕ ਦੇ ਕੁਝ ਪੱਤੇ, ਇਸ ਤਰ੍ਹਾਂ ਕੁਝ ਸਬਜ਼ੀਆਂ ਜਾਂ ਜਿਹੜਾ ਵੀ ਸਲਾਦ ਅਸੀਂ ਖਾ ਰਹੇ ਹਾਂ, ਜੇ ਅਸੀਂ ਉਹਨੂੰ ਥੋੜਾ ਫਰਮੈਂਟ ਕਰ ਲਈਏ ਤਾਂ ਉਹ ਸਲਾਦ ਸਾਨੂੰ ਵਿਟਾਮਿਨ B12 ਦੇ ਸਕਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਸਲਾਦ ਜਿਹੜਾ ਹੈ ਉਸਨੂੰ ਕੱਚਾ ਨਾ ਖਾਓ, ਕਿਉਂਕਿ ਉਹ ਵਾਤ ਵਧਾ ਸਕਦਾ ਹੈ ਤੇ ਕੱਚਾ ਤੇ ਪੱਕਾ ਭੋਜਨ ਨਹੀਂ ਪਚਦਾ। ਪਰ ਜੇ ਤੁਹਾਨੂੰ ਸਲਾਦ ਖਾਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਤਾਂ ਤੁਸੀਂ ਥੋੜਾ ਜਿਹਾ ਸਲਾਦ ਫਰਮੈਂਟ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਪਲਾਂਟ ਬੇਸਡ ਜਿਹੜੇ ਸਿਰਕੇ ਆਉਂਦੇ ਹਨ, ਜਿਹੜੇ ਕੁਦਰਤੀ ਤੌਰ ਤੇ ਬਣਾਏ ਜਾਂਦੇ ਹਨ, ਜਿਵੇਂ ਕਿ ਸੇਬ ਦਾ ਸਿਰਕਾ ਹੋ ਗਿਆ, ਜਾਮਨ ਦਾ ਸਿਰਕਾ ਹੋ ਗਿਆ, ਇਹਨਾਂ ਦੀ ਵਰਤੋਂ ਕਰ ਸਕਦੇ ਹੋ। ਜਾਂ ਫਿਰ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਅਕਸਰ ਘਰਾਂ ਵਿੱਚ ਆਮ ਹੀ ਜਦੋਂ ਸਰਦੀਆਂ ਆਉਂਦੀਆਂ ਨੇ, ਗਾਜਰ, ਚੁਕੰਦਰ ਦਾ ਅਚਾਰ ਤਾਜ਼ਾ ਹੀ ਬਣਾ ਲੈਂਦੇ ਹਾਂ। ਥੋੜਾ ਜਿਹਾ ਨਿੰਬੂ ਪਾਉਂਦੇ ਹਾਂ, ਕੁਝ ਮਸਾਲੇ ਪਾਉਂਦੇ ਹਾਂ ਤੇ ਉਹਨੂੰ 2-3 ਦਿਨ ਦੇ ਵਿੱਚ ਹੀ ਅਸੀਂ ਖਾ ਲੈਂਦੇ ਹਾਂ। ਤਾਂ ਉਹ ਇੱਕ ਤਰ੍ਹਾਂ ਅਸੀਂ ਸਬਜ਼ੀਆਂ ਨੂੰ ਥੋੜਾ ਹਲਕਾ ਖੱਟਾ ਕਰਕੇ ਲੈ ਲੈਂਦੇ ਹਾਂ। ਇਸ ਤਰ੍ਹਾਂ ਦੀਆਂ ਸਬਜ਼ੀਆਂ ਵਾਤ ਨਹੀਂ ਵਧਾਉਂਦੀਆਂ, ਕਿਉਂਕਿ ਉਹ ਥੋੜਾ ਜਿਹਾ ਉਹਨਾਂ ਦਾ ਅਚਾਰ ਵੱਲ ਨੂੰ ਉਹਨਾਂ ਦੀ ਜਿਹੜੀ ਫਾਰਮ ਹੈ ਉਹ ਚਲੀ ਜਾਂਦੀ ਹੈ। ਭੋਜਨ ਦਾ ਸੰਸਕਾਰ ਬਦਲ ਜਾਂਦਾ ਹੈ ਤਾਂ ਉਸ ਦੇ ਨਾਲ ਭੋਜਨ ਦੇ ਜਿਹੜੇ ਗੁਣ ਹਨ ਉਹ ਵੀ ਬਦਲ ਜਾਂਦੇ ਹਨ। ਤਾਂ ਕੱਚੀਆਂ ਸਬਜ਼ੀਆਂ ਨੂੰ ਹਲਕੀ ਖਟਾਸ ਦੇ ਕੇ ਅਸੀਂ ਖਾਂਦੇ ਹਾਂ ਤਾਂ ਉਹਦੇ ਤੋਂ ਵੀ ਸਾਨੂੰ ਵਿਟਾਮਿਨ B12 ਮਿਲ ਸਕਦਾ ਹੈ ਤੇ ਅਸੀਂ ਵਾਤ ਰੋਗਾਂ ਤੋਂ ਵੀ ਬਚ ਸਕਦੇ ਹਾਂ ਕਿ ਗੈਸ ਤੇ ਬਲੋਟਿੰਗ ਉਸ ਤਰ੍ਹਾਂ ਦੇ ਭੋਜਨ ਨਾਲ ਨਹੀਂ ਹੁੰਦੀ। ਹਾਲਾਂਕਿ ਜਿਨ੍ਹਾਂ ਦੇ ਵਿੱਚ ਪਿੱਤ ਦੀ ਮਾਤਰਾ ਜ਼ਿਆਦਾ ਹੈ ਉਹਨਾਂ ਨੂੰ ਐਸਿਡਿਟੀ ਹੋ ਸਕਦੀ ਹੈ। ਇਸ ਕਰਕੇ ਤੁਸੀਂ ਇਸ ਨੂੰ ਸੰਭਲ ਕੇ ਵਰਤਣਾ ਹੈ, ਥੋੜੀ ਮਾਤਰਾ ਦੇ ਵਿੱਚ ਹੀ ਲੈਣਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਹੈ ਜਾਂ ਕਿਸੇ ਵੀ ਤਰੀਕੇ ਕਰਕੇ ਉਹ ਦੁੱਧ ਨਹੀਂ ਲੈ ਸਕਦੇ, ਤਾਂ ਉਹਨਾਂ ਵਾਸਤੇ ਬਹੁਤ ਸਮੱਸਿਆ ਲੱਗਦੀ ਹੈ ਕਿ ਉਹ ਵਿਟਾਮਿਨ B12 ਕਿਸ ਤਰ੍ਹਾਂ ਪੂਰਾ ਕਰਨ। ਤਾਂ ਤੁਸੀਂ ਵੀ ਪਲਾਂਟ ਬੇਸਡ ਜਿਹੜਾ ਮਿਲਕ ਹੈ ਉਸ ਨੂੰ ਐਡ ਕਰੋ। ਪਲਾਂਟ ਮਿਲਕ ਜਿਹੜੀ ਦਹੀਂ ਬਣਦੀ ਹੈ ਉਹ ਐਡ ਕਰੋ, ਚਾਹੇ ਤਿਲਾਂ ਤੋਂ ਬਣਾ ਰਹੇ ਹੋ, ਨਾਰੀਅਲ ਤੋਂ ਬਣਾ ਰਹੇ ਹੋ, ਬਦਾਮ ਤੋਂ ਬਣਾ ਰਹੇ ਹੋ, ਤਾਂ ਇਹ ਚੀਜ਼ਾਂ ਵੀ ਤੁਹਾਨੂੰ ਵਿਟਾਮਿਨ B12 ਦੀ ਕਮੀ ਤੋਂ ਬਚਾ ਸਕਦੀਆਂ ਹਨ। ਕਾਰਨ ਕੀ ਹੈ, ਕਿਸ ਤਰ੍ਹਾਂ ਵਿਟਾਮਿਨ B12 ਭੋਜਨ ਦੇ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ। ਅਸਲ ਵਿੱਚ ਵਿਟਾਮਿਨ B12 ਸਾਡੀ ਜਿਹੜੀ ਆਪਣੀ ਗਟ ਹੈ, ਸਾਡਾ ਪੇਟ ਇੰਟੈਸਟਾਈਨ ਦੇ ਵਿੱਚ ਬਣਦਾ ਹੈ। ਸਾਡਾ ਜਿਹੜਾ ਗਟ ਦਾ ਜਿੰਨਾ ਬੈਕਟੀਰੀਆ ਹੈਲਦੀ ਹੋਏਗਾ, ਜਿੰਨੀ ਸਾਡੀ ਗਟ ਹੈਲਦੀ ਹੋਏਗੀ, ਸਾਡਾ ਪੇਟ ਹੈਲਦੀ ਹੋਏਗਾ, ਉਨਾ ਜ਼ਿਆਦਾ ਸਾਨੂੰ ਵਿਟਾਮਿਨ B12 ਦੀ ਕਮੀ ਦਾ ਸਾਹਮਣਾ ਜਿਹੜਾ ਹੈ ਉਹ ਨਹੀਂ ਕਰਨਾ ਪਏਗਾ। ਮਤਲਬ ਕਿ ਲੈ ਦੇ ਕੇ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜੇ ਸਾਡਾ ਪਾਚਨ ਠੀਕ ਹੈ, ਜੇ ਸਾਡੀ ਅਗਨੀ ਠੀਕ ਹੈ, ਤਾਂ ਅਸੀਂ ਆਮ ਤੌਰ ਤੇ ਇਹ ਸਾਰੀਆਂ ਚੀਜ਼ਾਂ ਆਪਣੇ ਭੋਜਨ ਵਿੱਚ ਸ਼ਾਮਿਲ ਕਰਦੇ ਹੀ ਹਾਂ। ਜੇ ਅਸੀਂ ਸਹੀ ਬੈਲੈਂਸ ਡਾਈਟ ਲੈ ਰਹੇ ਹਾਂ, ਡਾਈਟ ਲੈਣ ਤੋਂ ਬਾਅਦ ਸਾਡਾ ਪੇਟ ਬਿਲਕੁਲ ਠੀਕ ਰਹਿੰਦਾ ਹੈ, ਸਵੇਰੇ ਖੁੱਲ ਕੇ ਸਾਫ਼ ਹੁੰਦਾ ਹੈ, ਸਾਨੂੰ ਕੋਈ ਕਬਜ਼ ਨਹੀਂ ਰਹਿੰਦੀ, ਸਾਨੂੰ ਕੋਈ ਐਸਿਡਿਟੀ ਨਹੀਂ ਬਣਦੀ, ਗੈਸ ਨਹੀਂ ਬਣਦੀ, ਬਲੋਟਿੰਗ ਨਹੀਂ ਹੁੰਦੀ, ਤਾਂ ਸਾਡਾ ਪਾਚਨ ਤੰਤਰ ਤੰਦਰੁਸਤ ਹੈ। ਜੇ ਤੰਦਰੁਸਤ ਹੈ ਤਾਂ ਆਪਣੀ ਜਿਹੜੀ ਗਟ ਹੈ ਉਹ ਆਪਣੇ ਆਪ ਹੀ ਵਿਟਾਮਿਨ B12 ਸਾਡੇ ਭੋਜਨ ਤੋਂ ਬਣਾ ਲੈਂਦੀ ਹੈ। ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਨਾਨ ਵੈਜੀਟੇਰੀਅਨ ਫੂਡ ਖਾ ਕੇ ਹੀ ਵਿਟਾਮਿਨ B12 ਲੈ ਸਕਦੇ ਹੋ, ਕਿਉਂਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਉਹਨਾਂ ਦੇ ਵਿੱਚ ਵਿਟਾਮਿਨ B12 ਦੀ ਕਮੀ ਕਦੀ ਹੋਣੀ ਹੀ ਨਹੀਂ ਸੀ। ਅਸਲ ਵਿੱਚ ਵਿਟਾਮਿਨ B12 ਦਾ ਸਿੱਧਾ ਸੰਬੰਧ ਸਾਡੇ ਪਾਚਨ ਦੇ ਨਾਲ ਹੈ। ਜੇ ਸਾਡੀ ਪਾਚਨ ਕਿਰਿਆ ਠੀਕ ਹੈ ਤਾਂ ਹੀ ਵਿਟਾਮਿਨ B12 ਪੂਰਾ ਹੋਏਗਾ, ਐਬਜ਼ੌਰਬ ਹੋਏਗਾ ਸਾਡੇ ਭੋਜਨ ਚੋਂ, ਤੇ ਜੇ ਨਹੀਂ ਹੈ ਤਾਂ ਉਹ ਵਿਟਾਮਿਨ B12 ਸਾਡੇ ਐਬਜ਼ੌਰਬ ਹੀ ਨਹੀਂ ਹੁੰਦਾ। ਐਬਜ਼ੌਰਬ ਨਹੀਂ ਹੁੰਦਾ ਤਾਂ ਹੌਲੀ-ਹੌਲੀ ਕਮੀ ਹੁੰਦੀ ਰਹਿੰਦੀ ਹੈ। ਜਿਹੜਾ ਬ੍ਰੇਨ ਡੈਮੇਜ ਹੈ ਉਹ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਨੂੰ ਚੀਜ਼ਾਂ ਭੁੱਲਣ ਲੱਗ ਜਾਂਦੀਆਂ ਹਨ, ਆਵਾਜ਼ ਲੜਖੜਾਉਣ ਲੱਗਦੀ ਹੈ, ਕਨਫਿਊਜ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ, ਮੂਡ ਸਵਿੰਗਸ ਹੁੰਦੇ ਹਨ ਤੇ ਬਾਕੀ ਸਾਰੇ ਲੱਛਣ ਜਿਹੜੇ ਅਸੀਂ ਪਹਿਲਾਂ ਸੁਣੇ ਇਹ ਸਾਨੂੰ ਹੌਲੀ-ਹੌਲੀ ਜਿਹੜੇ ਆ ਉਹ ਦਿਖਣੇ ਸ਼ੁਰੂ ਹੋ ਜਾਂਦੇ ਹਨ। ਤਾਂ ਇਸ ਕਰਕੇ ਅਸੀਂ ਇਹਨਾਂ ਸਥਿਤੀਆਂ ਦੇ ਵਿੱਚ ਨਾ ਪਈਏ ਤਾਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਭੋਜਨ ਹੈ ਉਹਨੂੰ ਸਹੀ ਤਰੀਕੇ ਨਾਲ ਲਈਏ। ਭੋਜਨ ਦੇ ਜਿਹੜੇ ਆਯੁਰਵੈਦਿਕ ਨਿਯਮ ਨੇ ਉਹਨਾਂ ਨੂੰ ਫੋਲੋ ਕਰੀਏ। ਭੁੱਖ ਲੱਗਣ ਤੇ ਖਾਣਾ ਖਾਈਏ, ਖਾਣਾ ਜਿੰਨੀ ਭੁੱਖ ਹੈ ਉਸ ਤੋਂ ਥੋੜਾ ਜਿਹਾ ਘੱਟ ਖਾਈਏ, ਨਾਲ ਦਹੀਂ, ਦੁੱਧ, ਲੱਸੀ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰੀਏ ਤੇ 6 ਦੇ 6 ਰਸ ਜਿਹੜੀ ਥਾਲੀ ਦੇ ਵਿੱਚ ਹੋਣ, ਉਸ ਤਰ੍ਹਾਂ ਦੀ ਥਾਲੀ ਨੂੰ ਆਯੁਰਵੇਦ ਅਨੁਸਾਰ ਬੈਲੈਂਸ ਥਾਲੀ ਕਿਹਾ ਹੈ। ਤਾਂ ਉਹ ਸਭ ਕੁਝ ਸਾਡੀ ਥਾਲੀ ਦੇ ਵਿੱਚ ਹੋਣਾ ਚਾਹੀਦਾ ਹੈ, ਤਾਂ ਸਾਨੂੰ ਕਿਸੇ ਵੀ ਤੱਤ ਦੀ ਜਿਹੜੀ ਕਮੀ ਹੈ ਉਹ ਨਹੀਂ ਆ ਸਕਦੀ। ਪਿਛਲੇ 1.5 ਸਾਲ ਤੋਂ ਬਹੁਤ ਸਾਰੀਆਂ ਰੈਸਿਪੀਜ਼ ਜਿਹੜੀਆਂ ਨੇ ਉਹ ਚੈਨਲ ਤੇ ਅਪਲੋਡ ਹੋ ਚੁੱਕੀਆਂ ਹਨ, ਜਿਹੜੀਆਂ ਕਿ ਪੂਰੀ ਤਰ੍ਹਾਂ ਨਾਲ ਆਯੁਰਵੈਦਿਕ ਤਰੀਕੇ ਨਾਲ ਬਣਾਈਆਂ ਗਈਆਂ ਹਨ। ਬਹੁਤ ਲੋਕ ਸ਼ਿਕਾਇਤ ਕਰਦੇ ਹਨ ਕਿ ਰੈਸਿਪੀ ਬਹੁਤ ਛੋਟੀ ਸੀ ਤੇ ਵੀਡੀਓ ਲੰਬੀ ਸੀ। ਤਾਂ ਮੈਨੂੰ ਇਹ ਲੱਗਦਾ ਹੈ ਕਿ ਰੈਸਿਪੀਜ਼ ਵਾਲੀਆਂ ਵੀਡੀਓਜ਼ ਜਾਂ ਰੈਸਿਪੀਜ਼ ਵਾਲੇ ਚੈਨਲ YouTube ਤੇ ਤੁਹਾਨੂੰ ਹਜ਼ਾਰਾਂ ਹੀ ਮਿਲ ਜਾਣਗੇ। ਮੇਰਾ ਮਕਸਦ ਰੈਸਿਪੀ ਦਿਖਾਉਣਾ ਹੈ ਹੀ ਨਹੀਂ। ਮੇਰਾ ਮਕਸਦ ਸਿਰਫ ਇਹ ਹੈ ਕਿ ਭੋਜਨ ਦਵਾਈ ਬਣ ਸਕਦਾ ਹੈ। ਭੋਜਨ ਕੋਲ ਹਰ ਚੀਜ਼ ਦਾ ਹੱਲ ਹੈ। ਭੋਜਨ ਸਾਡੇ ਸਰੀਰ ਦਾ ਫਿਊਲ ਹੈ ਤੇ ਜਿੰਨਾ ਚੰਗਾ ਫਿਊਲ ਹੋਏਗਾ
ਓਨੀ ਸਵਸਥ ਜ਼ਿੰਦਗੀ ਅਸੀਂ ਜੀ ਸਕਦੇ ਹਾਂ। ਤਾਂ ਜੇ ਤੁਹਾਨੂੰ ਵਿਟਾਮਿਨ B12 ਦੀ ਕਮੀ ਤੁਹਾਡੇ ਬਲੱਡ ਰਿਪੋਰਟਸ ਵਿੱਚ ਦਿਖ ਜਾਂਦੀ ਹੈ ਤੇ ਤੁਸੀਂ ਵੈਜੀਟੇਰੀਅਨ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਪੂਰਾ ਵਧੀਆ ਬੈਲੈਂਸ ਡਾਈਟ ਲਓ, ਪੂਰੀ ਸੈਰ ਕਰੋ, ਆਪਣੇ ਪੇਟ ਤੇ ਧਿਆਨ ਦਿਓ, ਆਪਣੀ ਪਾਚਨ ਸ਼ਕਤੀ ਨੂੰ ਠੀਕ ਕਰੋ। ਵਿਟਾਮਿਨ B12 ਤੁਹਾਡੇ ਭੋਜਨ ਚੋਂ ਤੁਹਾਨੂੰ ਉਸੇ ਦਿਨ ਮਿਲਣਾ ਸ਼ੁਰੂ ਹੋ ਜਾਏਗਾ ਜਿਸ ਦਿਨ ਤੁਹਾਡੀ ਪਾਚਨ ਸ਼ਕਤੀ ਤੰਦਰੁਸਤ ਹੋ ਗਈ। ਤਾਂ ਇਹ ਸੀ ਅੱਜ ਦਾ ਵੀਡੀਓ ਜਿਹੜਾ ਕਿ ਵਿਟਾਮਿਨ B12 ਦੀ ਕਮੀ ਦੇ ਉੱਪਰ ਸੀ। ਹਰ ਮੰਗਲਵਾਰ ਤੇ ਹਰ ਵੀਰਵਾਰ ਤੁਸੀਂ ਸਾਡੇ ਚੈਨਲ ਤੇ ਆਯੁਰਵੈਦਿਕ ਪੌਸ਼ਟਿਕ ਰੈਸਿਪੀਜ਼ ਦੇਖ ਸਕਦੇ ਹੋ ਜਿਹੜੀਆਂ ਕਿ ਤੁਹਾਡੀ ਬਹੁਤ ਮਦਦ ਕਰ ਸਕਦੀਆਂ ਹਨ। ਤੇ ਇਸੇ ਤਰ੍ਹਾਂ ਦੇ ਕਿਸੇ ਹੋਰ ਵਿਸ਼ੇ ਤੇ ਅਸੀਂ ਚਰਚਾ ਕਰਾਂਗੇ ਅਗਲੇ ਐਤਵਾਰ ਨੂੰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਸਵਸਥ ਰਹੋ।